ਇਹ ਵੀਡੀਓ ਪੰਜਵੀਂ ਜਮਾਤ ਦੇ ਪੰਜਾਬੀ ਦੂਜੀ ਭਾਸ਼ਾ ਦੇ ਵਿਦਿਆਰਥੀਆਂ ਲਈ ਹੈ। ਇਸ ਵੀਡੀਓ ਵਿੱਚ ਅੱਜ ਅਸੀਂ ਪੰਜਵੇਂ ਪਾਠ ਦੋ ਕੀੜੀਆਂ ਨੂੰ ਪੜ੍ਹਾਂਗੇ। ਪੜ੍ਹਨ ਤੋਂ ਬਾਅਦ ਇਸ ਦੇ ਪਾਠ ਅਭਿਆਸ ਨੂੰ ਹੱਲ ਕਰਾਂਗੇ। ਇਹ ਪੰਜਵੀਂ ਜਮਾਤ ਦੀ ਪੰਜਾਬੀ ਦੂਜੀ ਭਾਸ਼ਾ ਦੀ ਪਾਠ ਪੁਸਤਕ ਹੈ, ਪੰਜਾਬੀ ਪੁਸਤਕ 5, ਜਿਸ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛਾਪਿਆ ਗਿਆ ਹੈ। ਇਸ ਪੁਸਤਕ ਵਿੱਚ ਕੁੱਲ 20 ਪਾਠ ਹਨ। ਇਹਨਾਂ ਵਿੱਚੋਂ ਅੱਜ ਅਸੀਂ ਪੰਜਵੇਂ ਪਾਠ ਦੋ ਕੀੜੀਆਂ, ਜੋ ਕਿ ਇੱਕ ਕਹਾਣੀ ਹੈ ਡਾਕਟਰ ਵਰਿੰਦਰਜੀਤ ਵਾਤਿਸ਼ ਦੁਆਰਾ ਲਿਖੀ ਹੋਈ, ਨੂੰ ਪੜ੍ਹਾਂਗੇ ਅਤੇ ਇਸ ਦੇ ਪਾਠ ਅਭਿਆਸ ਨੂੰ ਹੱਲ ਕਰਾਂਗੇ। ਆਓ ਸ਼ੁਰੂ ਕਰਦੇ ਹਾਂ। ਪਾਠ 5 ਦੋ ਕੀੜੀਆਂ। ਕੁੜੇ ਅਨੀਸ਼ਾ, ਕਿਉਂ ਪਾਣੀ ਵਿੱਚ ਖੇਡਾਂ ਕਰੀ ਜਾਨੀ ਏ? ਬਿਮਾਰ ਹੋ ਜਾਏਂਗੀ। ਗਰਮੀ ਨਹੀਂ ਆਈ ਅਜੇ, ਜਾਂਦੀ ਠੰਡ ਹੈ। ਆ ਜਾ ਇੱਧਰ ਠੰਡੇ ਪਾਣੀ ਚੋਂ। ਅਨੀਸ਼ਾ ਦੀ ਨਾਨੀ ਨੇ ਪਾਣੀ ਨਾਲ ਖੇਡ ਰਹੀ ਆਪਣੀ ਦੋਹਤੀ ਨੂੰ ਵਰਜਿਆ। ਨਾਨੀ ਜੀ, ਮੈਂ ਖੇਡਾਂ ਨਹੀਂ ਕਰ ਰਹੀ, ਮੈਂ ਤਾਂ ਵਿਗਿਆਨ ਦਾ ਇੱਕ ਪ੍ਰਯੋਗ ਕਰਕੇ ਦੇਖ ਰਹੀ ਹਾਂ। ਅਨੀਸ਼ਾ ਨੇ ਗੱਲ ਪੂਰੀ ਨਹੀਂ ਸੀ ਕੀਤੀ ਕਿ ਉਸ ਦੇ ਨਾਨੀ ਜੀ ਉਹਦੇ ਕੋਲ ਆ ਖਲੋਤੇ ਤੇ ਬੋਲੇ, ਕੀ ਕਰਦੀ ਐ? ਸੋ ਜੋ ਅਨੀਸ਼ਾ ਸੀ ਉਹ ਪਾਣੀ ਦੇ ਵਿੱਚ ਕੁਝ ਖੇਡਾਂ ਕਰ ਰਹੀ ਸੀ। ਨਾਨੀ ਨੂੰ ਇਸ ਤਰ੍ਹਾਂ ਲੱਗਿਆ, ਪਰ ਅਨੀਸ਼ਾ ਇਹ ਕਹਿ ਰਹੀ ਹੈ ਕਿ ਮੈਂ ਖੇਡਾਂ ਨਹੀਂ ਕਰ ਰਹੀ, ਮੈਂ ਤਾਂ ਵਿਗਿਆਨ ਦਾ ਇੱਕ ਪ੍ਰਯੋਗ ਕਰ ਰਹੀ ਹਾਂ। ਉਸ ਨੂੰ ਦੇਖਣ ਲਈ ਨਾਨੀ ਉਸਦੇ ਕੋਲ ਆ ਗਈ। ਕੋਲ ਆ ਖਲੋਤੇ ਭਾਵ ਨੇੜੇ ਆ ਕੇ ਖੜ ਗਏ ਤੇ ਬੋਲ ਤੇ ਉਸ ਨੂੰ ਪੁੱਛ ਰਹੇ ਨੇ ਕਿ ਉਹ ਕੀ ਕਰ ਰਹੀ ਹੈ। ਅੱਜ ਸਾਡੇ ਮੈਡਮ ਨੇ ਦੱਸਿਆ ਸੀ ਕਿ ਜਿਹੜੀਆਂ ਚੀਜ਼ਾਂ ਸਾਨੂੰ ਖਾਲੀ ਜਾਪਦੀਆਂ ਨੇ ਉਹਨਾਂ ਵਿੱਚ ਹਵਾ ਭਰੀ ਹੁੰਦੀ ਹੈ। ਤੇ ਫਿਰ ਉਸਨੇ ਇੱਕ ਖਾਲੀ ਬੋਤਲ ਲੈ ਕੇ ਉਸ ਵਿੱਚ ਪਾਣੀ ਭਰਨ ਲਈ ਉਸ ਨੂੰ ਪਾਣੀ ਦੀ ਬਾਲਟੀ ਵਿੱਚ ਡਬੋਇਆ। ਗੜੂੰ ਗੜੂੰ ਦੀ ਆਵਾਜ਼ ਨਾਲ ਹਵਾ ਬੋਤਲ ਵਿੱਚੋਂ ਬਾਹਰ ਨਿਕਲਣ ਲੱਗੀ ਅਤੇ ਅਨੀਸ਼ਾ ਫਿਰ ਕਹਿਣ ਲੱਗੀ, ਦੇਖੋ ਨਾਨੀ ਜੀ, ਇਹ ਬੋਤਲ ਸਾਨੂੰ ਦੇਖਣ ਲਈ ਖਾਲੀ ਲੱਗਦੀ ਹੈ, ਪਰ ਆਹ ਦੇਖੋ, ਬੁਲਬੁਲੇ ਨਿਕਲ ਰਹੇ ਨੇ ਹਵਾ ਦੇ। ਬਹੁਤ ਅੱਛਾ। ਨਾਨੀ ਨੇ ਗੌਰ ਨਾਲ ਆਪਣੀ ਪੰਜਵੀਂ ਵਿੱਚ ਪੜ੍ਹਦੀ ਦੋਹਤੀ ਵੱਲ ਵੇਖਿਆ। ਨਾਨੀ ਜੀ ਕਿੱਥੇ ਗਏ? 8ਵੀਂ ਵਿੱਚ ਪੜ੍ਹਦੀ ਅਨੀਸ਼ਾ ਦਾ ਭਰਾ ਨਵੀਨ ਨਾਨੀ ਨੂੰ ਲੱਭ ਰਿਹਾ ਸੀ। ਆ ਜਾ ਪੁੱਤਰ, ਇੱਧਰ ਆ ਮੈਂ। ਸੋ ਅਨੀਸ਼ਾ ਦਾ ਭਰਾ ਨਵੀਨ ਨਾਨੀ ਨੂੰ ਲੱਭ ਰਿਹਾ ਸੀ ਤੇ ਨਾਨੀ ਨੇ ਉਸ ਨੂੰ ਕਿਹਾ ਕਿ ਇੱਧਰ ਆ ਜਾ ਪੁੱਤਰ, ਮੈਂ ਇੱਧਰ ਆ। ਸੋ ਇੱਥੇ ਜੋ ਧਿਆਨ ਦੇਣ ਯੋਗ ਗੱਲ ਹੈ ਕਿ ਪਾਠ ਪੁਸਤਕ ਦੇ ਵਿੱਚ ਜੋ ਪ੍ਰਿੰਟਿੰਗ ਮਿਸਟੇਕ ਹੈ ਕਿ ਇੱਥੇ ਜੋ ਨਾਨੀ ਦੀ ਦੋਹਤੀ ਹੈ ਅਨੀਸ਼ਾ, ਉਸਨੂੰ ਪੰਜਵੀਂ ਜਮਾਤ 'ਚ ਪੜ੍ਹਦੀ ਦੱਸਿਆ ਗਿਆ ਹੈ ਤੇ ਇੱਥੇ 8ਵੀਂ ਜਮਾਤ ਦੇ ਵਿੱਚ। ਸੋ ਜਦੋਂ ਅਸੀਂ ਇਹਦੇ ਪ੍ਰਸ਼ਨ ਉੱਤਰ ਹੱਲ ਕਰਾਂਗੇ ਉੱਥੇ ਦੇਖਾਂਗੇ ਕਿ ਕਿਹੜੀ ਜਮਾਤ ਅਸੀਂ ਲਿਖਣੀ ਹੈ। ਨਵੀਨ ਦੇ ਹੱਥ ਵਿੱਚ ਕਾਪੀ ਤੇ ਪੈਨ ਸੀ। ਨਾਨੀ ਸਮਝ ਗਈ ਕਿ ਨਵੀਨ ਨੇ ਕੁਝ ਪੁੱਛਣਾ ਹੈ। ਨਵੀਨ ਹੋਰਾਂ ਦੀ ਨਾਨੀ ਸੇਵਾ ਮੁਕਤ ਸਕੂਲ ਅਧਿਆਪਕਾ ਹੈ। ਆਪਣੀ ਇਕਲੌਤੀ ਬੇਟੀ ਦੇ ਬੱਚਿਆਂ ਦਾ ਉਹ ਬਹੁਤ ਧਿਆਨ ਰੱਖਦੀ ਹੈ। ਹਾਂ ਬੇਟੇ, ਦੱਸ ਕੀ ਪੁੱਛਣਾ ਹੈ? ਨਾਨੀ ਨੇ ਪੁੱਛਿਆ। ਨਾਨੀ ਜੀ, ਸਾਡੇ ਸਕੂਲ ਵਿੱਚ ਭਾਸ਼ਣ ਮੁਕਾਬਲਾ ਹੋਣਾ ਹੈ, ਨਵੀਨ ਨੇ ਕਿਹਾ। ਅੱਛਾ, ਬੋਲਣ ਦਾ ਵਿਸ਼ਾ ਕਿਹੜਾ ਹੈ? ਔਗਣਾਂ ਨੂੰ ਦੂਰ ਕਰਕੇ ਗੁਣ ਕਿਵੇਂ ਗ੍ਰਹਿਣ ਕਰੀਏ। ਸੋ ਨਵੀਨ ਜੋ ਹੈ ਉਹ ਆਪਣੀ ਨਾਨੀ ਨੂੰ ਦੱਸ ਰਿਹਾ ਹੈ ਕਿ ਉਹਨਾਂ ਦੇ ਸਕੂਲ ਦੇ ਵਿੱਚ ਇੱਕ ਭਾਸ਼ਣ ਮੁਕਾਬਲਾ ਹੋਣਾ ਹੈ ਜਿਸ ਦਾ ਵਿਸ਼ਾ ਹੈ ਔਗੁਣਾਂ ਨੂੰ ਦੂਰ ਕਰਕੇ ਗੁਣ ਕਿਵੇਂ ਗ੍ਰਹਿਣ ਕਰੀਏ। ਉਸ ਦੀ ਨਾਨੀ ਨੇ ਪੁੱਛਿਆ ਤੇ ਨਵੀਨ ਨੇ ਦੱਸ ਦਿੱਤਾ ਨਾਨੀ ਨੂੰ। ਵਿਸ਼ਾ ਸੁਣ ਕੇ ਨਾਨੀ ਜੀ ਥੋੜ੍ਹੀ ਦੇਰ ਲਈ ਗੰਭੀਰ ਹੋ ਗਏ ਤੇ ਫਿਰ ਬੋਲੇ, ਇਸ ਸੰਬੰਧ ਵਿੱਚ ਮੈਂ ਤੁਹਾਨੂੰ ਦੋ ਕੀੜੀਆਂ ਦੀ ਕਹਾਣੀ ਸੁਣਾਉਂਦੀ ਹਾਂ। ਸੋ ਹੁਣ ਕਹਾਣੀ ਅੱਗੇ ਸ਼ੁਰੂ ਹੋਏਗੀ ਜੋ ਨਾਨੀ ਜੀ ਨੇ ਸੁਣਾਉਣੀ ਸ਼ੁਰੂ ਕੀਤੀ ਹੈ। ਇੱਕ ਕੀੜੀ ਸੀ ਮਿੱਠੇ ਤੇ ਸੁਘੜ ਗੁਣਾਂ ਵਾਲੀ। ਉਹ ਮਿਸ਼ਰੀ ਦੇ ਪਹਾੜ ਉੱਤੇ ਰਹਿੰਦੀ ਸੀ। ਦੂਜੀ ਕੀੜੀ ਸੀ ਸਲੂਣੋ, ਲੂਣ ਦੇ ਪਹਾੜ ਉੱਤੇ ਰਹਿੰਦੀ ਸੀ। ਉਹ
ਉਹ ਦੋਵੇਂ ਪਹਾੜ ਨਾਲ-ਨਾਲ ਸਨ, ਨੇੜੇ-ਨੇੜੇ। ਇੱਕ ਦਿਨ ਦੋਵੇਂ ਕੀੜੀਆਂ ਆਪੋ ਆਪਣੇ ਪਹਾੜ ਦੇ ਸਿਖਰ ਉੱਤੇ ਘੁੰਮ ਰਹੀਆਂ ਸਨ। ਸੋ ਇਹ ਕੁਝ ਕਾਲਪਨਿਕ ਤਸਵੀਰਾਂ ਹਨ ਕਿ ਕੀੜੀਆਂ ਜਿਨ੍ਹਾਂ ਦੀ ਨਾਨੀ ਗੱਲ ਕਰ ਰਹੀ ਹੈ, ਹੋ ਸਕਦਾ ਇਸ ਤਰ੍ਹਾਂ ਦੀਆਂ ਹੋਣ ਤੇ ਇਹ ਪਹਾੜਾਂ ਦੇ ਕੁਝ ਚਿੱਤਰ ਹਨ। ਭੈਣ ਸਲੋਣੋ, ਕੀ ਹਾਲ ਹੈ ਤੇਰਾ? ਮਿੱਠੋ ਨੇ ਮਿੱਠੀ ਜ਼ੁਬਾਨ ਨਾਲ ਪੁੱਛਿਆ। ਭੈਣ ਮਿੱਠੋ, ਹਾਲ ਕਾਹਦਾ? ਸਾਰਾ ਦਿਨ ਖਾਰਾ ਸਲੂਣਾ। ਭੈਣ ਸਲੂਣੋ, ਤੂੰ ਇਉਂ ਕਰ, ਕੁਝ ਦਿਨ ਮੇਰੇ ਪਹਾੜ ਉੱਤੇ ਆ ਕੇ ਰਹਿ। ਮਿੱਠੀ ਮਿੱਠੀ ਮਿਸ਼ਰੀ ਖਾ ਤੇ ਆਨੰਦ ਲੈ। ਜਿੰਨਾ ਚਿਰ ਤੇਰਾ ਜੀ ਕਰੇ ਰਹਿ, ਭਾਵੇਂ ਸਾਰੀ ਉਮਰ ਵੀ। ਇੱਕ ਦਿਨ ਮਿੱਠੋ ਨੇ ਕਿਹਾ। ਚੰਗਾ ਭੈਣੇ, ਆਵਾਂਗੀ ਕਿਸੇ ਦਿਨ ਵੇਲ ਕੱਢ ਕੇ, ਸਲੂਣੋ ਨੇ ਜਵਾਬ ਦਿੱਤਾ। ਫੇਰ ਗਈ ਸਲੂਣੋ ਮਿਸ਼ਰੀ ਦੇ ਪਹਾੜ ਉੱਤੇ। ਨਵੀਨ ਨੇ ਪੁੱਛਿਆ। ਸੋ ਇਹ ਕੀੜੀਆਂ ਮਿੱਠੋ ਤੇ ਸਲੂਣੋ ਉਹ ਆਪਸ ਦੇ ਵਿੱਚ ਗੱਲਾਂ ਕਰ ਰਹੀਆਂ ਹਨ। ਸਲੂਣੋ ਜੋ ਹੈ ਉਹ ਕਹਿ ਰਹੀ ਹੈ ਕਿ ਉਹ ਸਲੂਣਾ ਖਾ ਖਾ ਕੇ, ਭਾਵ ਨਮਕੀਨ ਖਾ ਖਾ ਕੇ, ਨਮਕ ਖਾ ਖਾ ਕੇ ਅੱਕ ਗਈ ਹੈ। ਸੋ ਉਸ ਲਈ ਜਿਹੜੀ ਮਿੱਠੋ ਉਸ ਨੂੰ ਕਹਿ ਰਹੀ ਹੈ ਕਿ ਉਹ ਉਸ ਦੇ ਪਹਾੜ ਜੋ ਕਿ ਮਿਸ਼ਰੀ ਦਾ ਹੈ ਉਸ 'ਤੇ ਆ ਕੇ ਕੁਝ ਦਿਨ ਰਹਿ ਲਵੇ, ਭਾਵੇਂ ਸਾਰੀ ਉਮਰ ਰਹਿ ਲਵੇ, ਤਾਂ ਵੀ ਉਸ ਨੂੰ ਕੋਈ ਇਤਰਾਜ਼ ਨਹੀਂ। ਤੋ ਅਜੇ ਕਹਾਣੀ ਚੱਲ ਹੀ ਰਹੀ ਸੀ ਕਿ ਨਾਲ ਲੱਗਦੀ ਨਵੀਨ ਨੇ ਆਪਣਾ ਪ੍ਰਸ਼ਨ ਪੁੱਛ ਲਿਆ ਨਾਨੀ ਜੀ ਨੂੰ ਕਿ ਕੀ ਸਲੂਣੋ ਮਿਸ਼ਰੀ ਦੇ ਪਹਾੜ ਉੱਤੇ ਗਈ? ਲੂਣ ਛੱਡ ਕੇ ਮਿਸ਼ਰੀ ਮਿਲੇ, ਖਾਣ ਨੂੰ ਹੋਰ ਕੀ ਚਾਹੀਦਾ ਹੈ? ਉਹ ਤਾਂ ਭੱਜੀ ਗਈ ਹੋਊ, ਜਿਵੇਂ ਆਪਾਂ ਚਾਕਲੇਟ ਦੇਖ ਕੇ ਭੱਜਦੇ ਹਾਂ, ਹੈ ਨਾ ਨਾਨੀ ਜੀ? ਅਨੀਸ਼ਾ ਵੀ ਬੋਲ ਪਈ। ਸੋ ਉਹ ਅਨੀਸ਼ਾ ਕਹਿ ਰਹੀ ਹੈ ਕਿ ਉਹ ਭੱਜ ਕੇ ਗਈ ਹੋਊਗੀ, ਜਿਵੇਂ ਬੱਚੇ ਚਾਕਲੇਟ ਵੱਲ ਭੱਜਦੇ ਹਨ, ਕਿਉਂਕਿ ਉਸ ਨੂੰ ਖਾਣ ਲਈ ਮਿੱਠਾ ਮਿਲਣ ਵਾਲਾ ਸੀ। ਧਿਆਨ ਨਾਲ ਸੁਣੋ ਬੇਟੇ, ਇਸ ਦੀ ਰਮਜ਼ ਡੂੰਘੀ ਹੈ, ਆਮ ਬਾਤਾਂ ਵਰਗੀ ਨਹੀਂ ਹੈਗੀ। ਇਸ ਕਹਾਣੀ ਵਿੱਚ ਲੂਣ ਨੂੰ ਤੁਸੀਂ ਸਮਝ ਲਓ ਜਿਵੇਂ ਔਗੁਣ ਹੋਣ, ਤੇ ਮਿਸ਼ਰੀ ਨੂੰ ਸਮਝ ਲਓ ਗੁਣ, ਚੰਗੇ ਗੁਣ, ਠੀਕ ਹੈ ਨਾ? ਹਾਂ ਨਾਨੀ ਜੀ, ਨਵੀਨ ਤੇ ਅਨੀਸ਼ਾ ਇਕੱਠੇ ਬੋਲੇ। ਸਲਾਹਾਂ ਕਰਦਿਆਂ ਸਲੂਣੋ ਨੇ ਕਈ ਦਿਨ ਲੰਘਾ ਦਿੱਤੇ। ਜਿਵੇਂ ਮਾੜੀ ਆਦਤ ਛੱਡਣ ਦੀ ਲੋਕ ਆਲਸ ਕਰ ਛੱਡਦੇ ਨੇ, ਉਵੇਂ ਹੀ। ਇੱਕ ਦਿਨ ਉਸਨੇ ਸਲਾਹ ਬਣਾ ਹੀ ਲਈ ਮਿਸ਼ਰੀ ਦੇ ਪਹਾੜ ਉੱਤੇ ਜਾਣ ਦੀ, ਪਰ ਨਾਲ ਹੀ ਉਸਨੇ ਸੋਚਿਆ, ਮਿੱਠੋ ਦੇ ਪਹਾੜ ਦਾ ਤੇ ਮੇਰੇ ਪਹਾੜ ਦਾ ਤਾਂ ਰੰਗ ਇੱਕੋ ਜਿਹਾ ਹੀ ਲੱਗਦਾ ਹੈ। ਸੋ ਇਹ ਹੁਣ ਸਲੂਣੋ ਸੋਚ ਰਹੀ ਹੈ ਕਿ ਜਿਹੋ ਜਿਹਾ ਮਿੱਠੋ ਦੇ ਪਹਾੜ ਦਾ ਰੰਗ ਹੈ, ਉਹੋ ਜਿਹਾ ਉਸ ਦੇ ਵੀ ਪਹਾੜ ਦਾ ਰੰਗ ਹੈ। ਇੱਕੋ ਤਰ੍ਹਾਂ ਦੇ ਰੰਗ ਦੇ ਹਨ ਦੋਵੇਂ ਪਹਾੜ। ਸੋਚ-ਸੋਚ ਕੇ ਉਹਨੇ ਲੂਣ ਦੀ ਇੱਕ ਵੱਡੀ ਡਲੀ ਆਪਣੇ ਮੂੰਹ ਵਿੱਚ ਰੱਖ ਲਈ ਤੇ ਮਨ ਹੀ ਮਨ ਕਿਹਾ, ਜੇ ਮਿੱਠੋ ਕੋਲ ਕੁਝ ਨਾ ਹੋਇਆ, ਘੱਟੋ-ਘੱਟ ਮੇਰੇ ਕੋਲ ਆਪਣਾ ਲੂਣ ਤਾਂ ਹੋਊ। ਚਲੋ ਜੀ, ਆਖਰ ਸਲੂਣੋ ਮਿੱਠੋ ਦੇ ਪਹਾੜ ਉੱਤੇ ਪਹੁੰਚ ਹੀ ਗਈ। ਮਿੱਠੋ ਉਸ ਨੂੰ ਸਾਰਾ ਪਹਾੜ ਘੁਮਾਉਂਦੀ ਫਿਰੀ, ਤਰ੍ਹਾਂ-ਤਰ੍ਹਾਂ ਦੀ ਮਿਸ਼ਰੀ ਦੇ ਡਲਿਆਂ ਕੋਲ ਲਿਜਾ ਕੇ ਸਿਫਤਾਂ ਕਰਦੀ ਰਹੀ। ਸਾਰਾ ਪਹਾੜ ਘੁੰਮ-ਘੁਮਾ ਕੇ ਸਲੂਣੋ ਵਾਪਸ ਆ ਗਈ। ਸੋ ਮਿੱਠੋ ਨੇ ਉਸਨੂੰ ਸਾਰਾ ਪਹਾੜ ਘੁਮਾਇਆ, ਤਰ੍ਹਾਂ-ਤਰ੍ਹਾਂ ਦੀ ਮਿਸ਼ਰੀ ਦੇ ਡਲਿਆਂ ਕੋਲ ਉਸਨੂੰ ਲੈ ਕੇ ਗਈ, ਉਸਦੀ ਸਿਫਤ ਕੀਤੀ ਤੇ ਸਾਰਾ ਪਹਾੜ ਘੁੰਮ-ਘੁਮਾ ਕੇ ਸਲੂਣੋ ਵਾਪਸ ਆ ਗਈ। ਆਪਣੇ ਪਹਾੜ ਤੇ ਪਹੁੰਚ ਕੇ ਆਖਣ ਲੱਗੀ, ਐਨਾ ਲੰਮਾ ਚੌੜਾ ਪਹਾੜ ਘੁੰਮਦੀ ਫਿਰੀ ਪਾਗਲਾਂ ਵਾਂਗੂ, ਮਿਸ਼ਰੀ ਕਿਹੜੀ ਮਿਲੀ ਉੱਥੇ? ਸਵਾਹ, ਸਲੂਣੋ ਅੱਕੀ ਪਈ ਸੀ। ਹਾਂ ਬੇਟੇ ਨਵੀਨ, ਦੱਸੋ ਸਲੂਣੋ ਨੂੰ ਮਿਸ਼ਰੀ ਦਾ ਸਵਾਦ ਕਿਉਂ ਨਹੀਂ ਆਇਆ? ਕਿਉਂਕਿ ਸਲੂਣੋ ਨੇ ਆਪਣੇ ਮੂੰਹ ਵਿੱਚ ਲੂਣ ਦੀ ਵੱਡੀ ਡਲੀ ਰੱਖੀ ਹੋਈ ਸੀ, ਨਵੀਨ ਬੋਲਿਆ। ਬਿਲਕੁਲ ਠੀਕ। ਸਾਰੇ ਰਾਹ ਉਹਦੇ ਮੂੰਹ ਵਿੱਚ ਉਹੀ ਲੂਣ ਦੀ ਡਲੀ ਖੁਰਦੀ ਰਹੀ। ਮਿਸ਼ਰੀ ਦਾ ਸਵਾਦ ਤਾਂ ਉਹ ਤਾਂ ਹੀ ਚੱਖ ਸਕਦੀ ਸੀ ਜੇ ਉਹ ਲੂਣ ਦੀ ਡਲੀ ਮੂੰਹ ਵਿੱਚੋਂ ਕੱਢਦੀ। ਜਿਵੇਂ ਅਨੀਸ਼ਾ ਪ੍ਰਯੋਗ ਕਰਦੀ ਸੀ, ਜੇ ਬੋਤਲ ਵਿੱਚੋਂ ਹਵਾ ਬਾਹਰ ਨਿਕਲੂਗੀ ਤਾਂ ਹੀ ਪਾਣੀ ਅੰਦਰ ਭਰਿਆ ਜਾਊ। ਜੇ ਔਗੁਣ ਦੂਰ ਹੋਣਗੇ ਤਾਂ ਹੀ ਉਹਨਾਂ ਦੀ ਥਾਵੇਂ ਗੁਣ ਗ੍ਰਹਿਣ ਕੀਤੇ ਜਾ ਸਕਣਗੇ। ਠੀਕ ਹੈ ਨਾ? ਨਾਨੀ ਨੇ ਫਿਰ ਪੁੱਛਿਆ। ਸੋ ਨਾਨੀ ਜੀ ਹੁਣ ਦੱਸ ਰਹੇ ਨੇ ਕਿ
ਜੇ ਅਸੀਂ ਗੁਣ ਗ੍ਰਹਿਣ ਕਰਨੇ ਹਨ ਤਾਂ ਸਾਨੂੰ ਪਹਿਲਾਂ ਆਪਣੇ ਅੰਦਰੋਂ ਉਹ ਗੁਣ ਕੱਢਣੇ ਪੈਣਗੇ। ਜਿਵੇਂ ਜੇ ਬੋਤਲ ਵਿੱਚੋਂ ਹਵਾ ਬਾਹਰ ਨਿਕਲੇਗੀ ਤਾਂ ਹੀ ਉਸਦੇ ਅੰਦਰ ਪਾਣੀ ਜਾਏਗਾ, ਅਤੇ ਸਲੂਣੋ ਨੂੰ ਮਿਸ਼ਰੀ ਦਾ ਸਵਾਦ ਤਾਂ ਹੀ ਨਹੀਂ ਆਇਆ ਕਿਉਂਕਿ ਉਸਦੇ ਮੂੰਹ ਦੇ ਵਿੱਚ ਲੂਣ ਦੀ ਡਲੀ ਸੀ। ਬਿਲਕੁਲ ਠੀਕ ਨਾਨੀ ਜੀ। ਪਰ ਸਭ ਤੋਂ ਜ਼ਰੂਰੀ ਗੱਲ ਹੈ ਵਿਸ਼ਵਾਸ, ਗੁਣਵਾਨ ਬੰਦੇ ਉੱਤੇ ਵਿਸ਼ਵਾਸ। ਜੇ ਸਲੂਣੋ ਕੀੜੀ ਮਿੱਠੋ ਤੇ ਵਿਸ਼ਵਾਸ ਕਰਦੀ ਤਾਂ ਲੂਣ ਦੀ ਡਲੀ ਮੂੰਹ ਵਿੱਚ ਲਿਜਾਂਦੀ ਹੀ ਕਿਉਂ? ਨਵੀਨ ਨੇ ਹੋਰ ਨੁਕਤਾ ਸਪਸ਼ਟ ਕੀਤਾ। ਕਈ ਵਾਰ ਸਾਡੇ ਨਾਲ ਇਉਂ ਵੀ ਹੁੰਦਾ ਹੈ। ਕਈ ਵਾਰ ਸਾਡੇ ਨਾਲ ਵੀ ਇਉਂ ਹੀ ਹੁੰਦਾ ਹੈ। ਅਸੀਂ ਚੰਗੇ ਲੋਕਾਂ ਦੀ ਸੰਗਤ ਕਰਦੇ ਹਾਂ, ਚੰਗੇ ਗੁਣ ਗ੍ਰਹਿਣ ਕਰਨ ਲਈ, ਪਰ ਵਿਸ਼ਵਾਸ ਦੀ ਘਾਟ ਕਰਕੇ ਸਾਡੇ ਆਪਣੇ ਹੀ ਔਗੁਣਾਂ ਦਾ ਲੂਣ ਸਾਡੀ ਜੀਭ 'ਤੇ ਖੁਰਦਾ ਰਹਿੰਦਾ ਹੈ ਅਤੇ ਅਸੀਂ ਚੰਗੇ ਗੁਣਾਂ ਦੀ ਮਿਠਾਸ ਤੋਂ ਵਾਂਝੇ ਰਹਿ ਜਾਂਦੇ ਹਾਂ, ਨਾਨੀ ਨੇ ਕਿਹਾ। ਸੋ ਇਹ ਹੁਣ ਨਵੀਨ ਤੇ ਨਾਨੀ ਜੀ ਦੀ ਵਾਰਤਾਲਾਪ ਚੱਲ ਰਹੀ ਹੈ। ਨਵੀਨ ਕਹਿ ਰਿਹਾ ਕਿ ਸਾਨੂੰ ਗੁਣਵਾਨ ਬੰਦੇ 'ਤੇ ਵਿਸ਼ਵਾਸ ਕਰਨਾ ਚਾਹੀਦਾ ਹੈ, ਸਲੂਣੋ ਦੀ ਤਰ੍ਹਾਂ ਨਹੀਂ ਕਰਨਾ ਚਾਹੀਦਾ, ਸਲੂਣੋ ਕੀੜੀ ਦੀ ਤਰ੍ਹਾਂ, ਕਿ ਜਿਸ ਨੇ ਮਿੱਠੋ 'ਤੇ ਵਿਸ਼ਵਾਸ ਨਹੀਂ ਕੀਤਾ ਅਤੇ ਆਪਣੀ ਲੂਣ ਦੀ ਜੋ ਡਲੀ ਹੈ ਉਹ ਮੂੰਹ ਵਿੱਚ ਰੱਖ ਕੇ ਨਾਲ ਲੈ ਕੇ ਗਈ। ਨਾਨੀ ਇਸ ਗੱਲ ਨੂੰ ਹੋਰ ਸਪਸ਼ਟ ਕਰ ਰਹੀ ਹੈ ਕਿ ਕਈ ਵਾਰ ਅਸੀਂ ਚੰਗੇ ਲੋਕਾਂ ਦੀ ਸੰਗਤ 'ਚੋਂ ਤਾਂ ਹੀ ਕੁਝ ਸਿੱਖ ਨਹੀਂ ਪਾਉਂਦੇ ਕਿਉਂਕਿ ਅਸੀਂ ਆਪਣੇ ਔਗੁਣਾਂ ਦਾ ਜੋ ਲੂਣ ਹੈ ਉਹ ਆਪਣੀ ਜੀਭ 'ਤੇ ਖੋਰਦੇ ਰਹਿੰਦੇ ਹਾਂ, ਭਾਵ ਅਸੀਂ ਆਪਣੇ ਔਗੁਣਾਂ ਨੂੰ ਨਹੀਂ ਛੱਡਦੇ। ਜੇ ਔਗੁਣਾਂ ਨੂੰ ਛੱਡਾਂਗੇ ਤਾਂ ਹੀ ਗੁਣਾਂ ਦੀ ਮਿਠਾਸ ਨੂੰ ਗ੍ਰਹਿਣ ਕਰ ਸਕਾਂਗੇ। ਸ਼ੁਕਰੀਆ ਨਾਨੀ ਜੀ। ਹੁਣ ਮੈਂ ਇਸ ਨੂੰ ਲਿਖ ਲਵਾਂ, ਫਿਰ ਸੁਣਾਵਾਂਗਾ ਤੁਹਾਨੂੰ। ਆ ਕੇ ਨਵੀਨ ਆਪਣੀ ਪੜ੍ਹਨ ਵਾਲੀ ਮੇਜ਼ ਉੱਤੇ ਆ ਬੈਠਿਆ। ਨਾਨੀ ਜੀ ਰਸੋਈ ਵਿੱਚ ਜਾ ਚਾਹ ਬਣਾਉਣ ਲੱਗੇ ਕਿਉਂਕਿ ਨਵੀਨ ਹੋਰਾਂ ਦੇ ਮੰਮੀ ਪਾਪਾ ਦਫ਼ਤਰ ਤੋਂ ਆਉਣ ਵਾਲੇ ਸਨ ਅਤੇ ਅਨੀਸ਼ਾ ਮੇਨ ਗੇਟ ਉੱਤੇ ਖੜ੍ਹ ਕੇ ਆਪਣੇ ਮੰਮੀ ਪਾਪਾ ਦਾ ਇੰਤਜ਼ਾਰ ਕਰ ਰਹੀ ਸੀ। ਸੋ ਇਹ ਸੀ ਕਹਾਣੀ ਦੋ ਕੀੜੀਆਂ, ਜਿਸ ਵਿੱਚ ਇਹ ਸਮਝਾਇਆ ਗਿਆ ਹੈ ਕਿ ਗੁਣਾਂ ਨੂੰ ਗ੍ਰਹਿਣ ਕਰਨ ਦੇ ਲਈ ਆਪਣੇ ਔਗੁਣਾਂ ਨੂੰ ਤਿਆਗਣਾ ਬਹੁਤ ਜ਼ਰੂਰੀ ਹੈ। ਪਹਿਲਾਂ ਆਪਣੇ ਔਗੁਣਾਂ ਨੂੰ ਤਿਆਗੋ, ਫਿਰ ਹੀ ਅਸੀਂ ਗੁਣਾਂ ਨੂੰ ਗ੍ਰਹਿਣ ਕਰ ਸਕਦੇ ਹਾਂ। ਜਿਵੇਂ ਪਾਣੀ ਦੀ ਬੋਤਲ ਦੇ ਵਿੱਚ ਪਾਣੀ ਤਾਂ ਹੀ ਜਾ ਸਕਦਾ ਹੈ ਜੇ ਹਵਾ ਉਸ ਵਿੱਚੋਂ ਬਾਹਰ ਨਿਕਲੇਗੀ। ਹੁਣ ਅੱਗੇ ਵੱਧਦੇ ਹਾਂ। ਔਖੀ ਸ਼ਬਦਾਂ ਦੇ ਅਰਥ। ਸੇਵਾ ਮੁਕਤ ਦਾ ਭਾਵ ਹੁੰਦਾ ਹੈ ਕਿ ਨੌਕਰੀ ਤੋਂ ਮੁਕਤ ਹੋ ਜਾਣਾ, ਭਾਵ ਰਿਟਾਇਰ ਹੋ ਜਾਣਾ। ਵਾਂਝੇ ਹੁੰਦਾ ਖਾਲੀ, ਸੱਖਣੇ। ਰਮਜ਼ ਇਸ਼ਾਰਾ, ਸੈਨਤ, ਭੇਦ। ਗ੍ਰਹਿਣ ਕਰਨਾ, ਧਾਰਨ ਕਰਨਾ। ਹੁਣ ਪਾਠ ਅਭਿਆਸ ਵੱਲ ਵੱਧਦੇ ਹਾਂ। ਪਾਠ ਅਭਿਆਸ ਦੇ ਵਿੱਚ ਪਹਿਲਾ ਜੋ ਭਾਗ ਹੈ ਉਹ ਹੈ ਖਾਲੀ ਸਥਾਨ ਭਰੋ। ਸਾਡੇ ਕੋਲ 5 ਵਾਕ ਹਨ ਜਿਨ੍ਹਾਂ ਵਿੱਚ ਸਥਾਨ ਖਾਲੀ ਛੱਡੇ ਹੋਏ ਹਨ। ਅਸੀਂ ਇਹਨਾਂ ਨੂੰ ਪਾਠ ਦੇ ਆਧਾਰ 'ਤੇ ਭਰਨਾ ਹੈ। ਨਵੀਨ ਦੇ ਨਾਨੀ ਜੀ ਖਾਲੀ ਸਥਾਨ ਹੈ, ਅਧਿਆਪਕਾ ਸਨ। ਮਿੱਠੋ ਕੀੜੀ ਫਿਰ ਖਾਲੀ ਸਥਾਨ ਹੈ, ਦੇ ਪਹਾੜ ਉੱਤੇ ਰਹਿੰਦੀ ਸੀ। ਪਹਿਲਾਂ ਖਾਲੀ ਸਥਾਨ ਹੈ, ਮਿਸ਼ਰੀ ਖਾ ਅਤੇ ਆਨੰਦ ਲੈ। ਚੌਥਾ ਵਾਕ ਹੈ, ਸਲੂਣੋ ਕੀੜੀ ਨੇ ਵੱਡੀ ਸਾਰੀ, ਫਿਰ ਖਾਲੀ ਸਥਾਨ ਹੈ, ਆਪਣੇ ਮੂੰਹ ਵਿੱਚ ਰੱਖ ਲਈ। ਪੰਜਵਾਂ ਵਾਕ ਹੈ, ਪਹਿਲਾਂ ਆਪਣੇ ਅੰਦਰੋਂ, ਖਾਲੀ ਸਥਾਨ ਹੈ, ਨੂੰ ਕੱਢੋ। ਸੋ ਇਹ ਜੋ ਵਾਕ ਹਨ ਤੁਸੀਂ ਆਪਣੀ ਕਾਪੀਆਂ ਦੇ ਵਿੱਚ ਲਿਖ ਲਓ। ਆਪਣੀ ਪਾਠ ਪੁਸਤਕ ਵਿੱਚੋਂ ਪਾਠ ਨੂੰ ਦੁਬਾਰਾ ਧਿਆਨ ਨਾਲ ਪੜ੍ਹੋ ਜਾਂ ਵੀਡੀਓ ਵਿੱਚੋਂ ਦੁਬਾਰਾ ਪਾਠ ਨੂੰ ਧਿਆਨ ਨਾਲ ਸੁਣੋ ਅਤੇ ਇਹਨਾਂ ਵਾਕ ਦੇ ਵਿੱਚ ਕੀ ਭਰਿਆ ਜਾਏਗਾ, ਇਹਨਾਂ ਵਾਕਾਂ ਦੇ ਵਿੱਚ ਪਹਿਲੇ 'ਚ ਕੀ, ਦੂਜੇ 'ਚ ਕੀ, ਤੀਜੇ 'ਚ ਕੀ, ਚੌਥੇ 'ਚ ਕੀ ਅਤੇ ਪੰਜਵੇਂ 'ਚ ਕੀ, ਉਹ ਤੁਸੀਂ ਲੱਭਣ ਦੀ ਕੋਸ਼ਿਸ਼ ਕਰੋ। ਲੱਭਣ ਤੋਂ ਬਾਅਦ ਆਪਣੇ ਉੱਤਰ ਵੀਡੀਓ ਦੇ ਨਾਲ ਮਿਲਾਓ। ਨਵੀਨ ਦੇ ਨਾਨੀ ਜੀ ਸੇਵਾ ਮੁਕਤ ਸਕੂਲ ਅਧਿਆਪਕਾ ਸਨ। ਸੋ ਇੱਥੇ ਸ਼ਬਦ ਆਉਣਗੇ, ਸੇਵਾ ਮੁਕਤ ਸਕੂਲ। ਦੂਜਾ ਵਾਕ, ਮਿੱਠੋ ਕੀੜੀ ਮਿਸ਼ਰੀ ਤੇ ਪਹਾੜ ਉੱਤੇ ਰਹਿੰਦੀ ਸੀ। ਇੱਥੇ ਸ਼ਬਦ ਆਏਗਾ ਮਿਸ਼ਰੀ। ਤੀਜਾ ਵਾਕ, ਇਹਦੇ ਸ਼ੁਰੂ ਦੇ ਵਿੱਚ ਹੀ ਸਥਾਨ ਖਾਲੀ ਹੈ, ਮਿੱਠੀ ਮਿੱਠੀ ਮਿਸ਼ਰੀ ਖਾ ਅਤੇ ਆਨੰਦ ਲੈ। ਸੋ ਇੱਥੇ ਸ਼ਬਦ ਆਉਣਗੇ ਮਿੱਠੀ ਮਿੱਠੀ।
ਸਲੂਣੋ ਕੀੜੀ ਨੇ ਵੱਡੀ ਸਾਰੀ ਖਾਲੀ ਸਥਾਨ ਹੈ ਲੂਣ ਦੀ ਡਲੀ ਆਪਣੇ ਮੂੰਹ ਵਿੱਚ ਰੱਖ ਲਈ। ਸੋ ਇੱਥੇ ਸ਼ਬਦ ਆਉਣਗੇ ਲੂਣ ਦੀ ਡਲੀ। ਪਹਿਲਾਂ ਆਪਣੇ ਅੰਦਰੋਂ ਔਗੁਣਾਂ ਨੂੰ ਕੱਢੋ। ਇੱਥੇ ਸ਼ਬਦ ਆਏਗਾ ਔਗੁਣਾ। ਸੋ ਆਪਣੇ ਉੱਤਰ ਨੂੰ ਵੀਡੀਓ ਨਾਲ ਮਿਲਾਓ ਅਤੇ ਚੈੱਕ ਕਰੋ ਕਿ ਉਹ ਠੀਕ ਹਨ। ਹੁਣ ਅਗਲੇ ਭਾਗ ਵੱਲ ਵੱਧਦੇ ਹਾਂ। ਸੰਖੇਪ ਵਿੱਚ ਉੱਤਰ ਦਿਓ। ਪਹਿਲਾ ਪ੍ਰਸ਼ਨ ਹੈ, ਨਵੀਨ ਨੇ ਸਵੇਰ ਦੀ ਸਭਾ ਵਿੱਚ ਕਿਸ ਵਿਸ਼ੇ ਤੇ ਬੋਲਣਾ ਸੀ? ਸੋ ਵੀਡੀਓ ਨੂੰ ਰੋਕ ਕੇ ਪਾਠ ਦੇ ਵਿੱਚੋਂ ਇਸ ਪ੍ਰਸ਼ਨ ਦਾ ਉੱਤਰ ਲੱਭੋ। ਹੁਣ ਆਪਣੇ ਉੱਤਰ ਨੂੰ ਵੀਡੀਓ ਨਾਲ ਮਿਲਾਓ। ਇਸ ਪ੍ਰਸ਼ਨ ਦਾ ਉੱਤਰ ਹੈ, ਨਵੀਨ ਨੇ ਸਵੇਰ ਦੀ ਸਭਾ ਵਿੱਚ ਔਗੁਣਾਂ ਨੂੰ ਦੂਰ ਕਰਕੇ ਗੁਣ ਕਿਵੇਂ ਗ੍ਰਹਿਣ ਕਰੀਏ ਵਿਸ਼ੇ ਤੇ ਬੋਲਣਾ ਸੀ। ਦੂਜਾ ਪ੍ਰਸ਼ਨ, ਨਵੀਨ ਦੀ ਵੱਡੀ ਭੈਣ ਦਾ ਨਾਂ ਦੱਸੋ ਅਤੇ ਇਹ ਵੀ ਦੱਸੋ ਕਿ ਉਹ ਕਿਹੜੀ ਸ਼੍ਰੇਣੀ ਵਿੱਚ ਪੜ੍ਹਦੀ ਸੀ। ਇਸ ਪ੍ਰਸ਼ਨ ਦਾ ਉੱਤਰ ਵੀ ਸਾਨੂੰ ਪਾਠ ਦੇ ਆਰੰਭ ਦੇ ਵਿੱਚ ਹੀ ਮਿਲ ਜਾਂਦਾ ਹੈ। ਵੀਡੀਓ ਨੂੰ ਰੋਕ ਕੇ ਇਸ ਪ੍ਰਸ਼ਨ ਦਾ ਉੱਤਰ ਉੱਥੋਂ ਲੱਭੋ। ਹੁਣ ਆਪਣੇ ਉੱਤਰ ਨੂੰ ਵੀਡੀਓ ਦੇ ਨਾਲ ਮਿਲਾਓ। ਨਵੀਨ ਦੀ ਵੱਡੀ ਭੈਣ ਦਾ ਨਾਂ ਅਨੀਸ਼ਾ ਸੀ ਅਤੇ ਉਹ 5ਵੀਂ ਸ਼੍ਰੇਣੀ ਵਿੱਚ ਪੜ੍ਹਦੀ ਸੀ। ਤੁਸੀਂ ਇੱਥੇ 8ਵੀਂ ਵੀ ਲਿਖ ਸਕਦੇ ਹੋ। ਜਿਵੇਂ ਪਹਿਲਾਂ ਵੀ ਦੱਸਿਆ ਕਿ ਪਾਠ ਦੇ ਵਿੱਚ 2 ਵਾਕਾਂ ਦੇ ਵਿੱਚ ਅਲੱਗ-ਅਲੱਗ ਜਮਾਤ ਲਿਖੀ ਹੋਈ ਹੈ। ਇੱਕ ਜਗ੍ਹਾ 5ਵੀਂ ਹੈ, ਇੱਕ ਜਗ੍ਹਾ 8ਵੀਂ ਹੈ। ਸੋ ਇੱਥੇ 5ਵੀਂ ਲਿਖਿਆ ਹੋਇਆ ਹੈ। ਜੇ ਤੁਸੀਂ 8ਵੀਂ ਵੀ ਲਿਖੋਗੇ ਤਾਂ ਉਹ ਠੀਕ ਮੰਨਿਆ ਜਾਏਗਾ। ਅਗਲਾ ਪ੍ਰਸ਼ਨ, ਨਾਨੀ ਜੀ ਨੇ ਨਵੀਨ ਨੂੰ ਕਿਹਨਾਂ ਦੀ ਕਹਾਣੀ ਸੁਣਾਈ? ਸੋ ਇਸ ਪ੍ਰਸ਼ਨ ਦਾ ਉੱਤਰ ਵੀ ਪਾਠ ਵਿੱਚੋਂ ਬਹੁਤ ਹੀ ਆਸਾਨੀ ਨਾਲ ਲੱਭ ਜਾਂਦਾ ਹੈ। ਪਾਠ ਵਿੱਚੋਂ ਇਸ ਪ੍ਰਸ਼ਨ ਦਾ ਉੱਤਰ ਲੱਭੋ। ਹੁਣ ਆਪਣੇ ਉੱਤਰ ਨੂੰ ਵੀਡੀਓ ਦੇ ਨਾਲ ਮਿਲਾਓ। ਨਾਨੀ ਜੀ ਨੇ ਨਵੀਨ ਨੂੰ 2 ਕੀੜੀਆਂ ਦੀ ਕਹਾਣੀ ਸੁਣਾਈ। ਸੋ 2 ਕੀੜੀਆਂ ਦੀ ਕਹਾਣੀ ਜੋ ਹੈ ਉਹ ਨਵੀਨ ਨੂੰ ਨਾਨੀ ਜੀ ਵੱਲੋਂ ਸੁਣਾਈ ਗਈ, ਜਿਸ ਨੂੰ ਕਿ ਅਨੀਸ਼ਾ ਵੀ ਸੁਣ ਰਹੀ ਸੀ। ਮਿੱਠੋ ਦੁਆਰਾ ਹਾਲ ਪੁੱਛਣ ਤੇ ਸਲੂਣੀ ਕੀੜੀ ਨੇ ਕੀ ਜਵਾਬ ਦਿੱਤਾ? ਸੋ ਇਸ ਪ੍ਰਸ਼ਨ ਦਾ ਉੱਤਰ ਵੀ ਸਾਨੂੰ ਪਾਠ ਵਿੱਚੋਂ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਹੈ। ਪਾਠ ਵਿੱਚੋਂ ਇਸ ਪ੍ਰਸ਼ਨ ਦਾ ਉੱਤਰ ਲੱਭੋ। ਹੁਣ ਆਪਣੇ ਉੱਤਰ ਨੂੰ ਵੀਡੀਓ ਦੇ ਨਾਲ ਮਿਲਾਓ। ਮਿੱਠੋ ਦੁਆਰਾ ਹਾਲ ਪੁੱਛਣ ਤੇ ਸਲੂਣੀ ਕੀੜੀ ਨੇ ਜਵਾਬ ਦਿੱਤਾ ਕਿ ਉਹ ਸਲੂਣਾ ਖਾ ਕੇ ਅੱਕੀ ਪਈ ਹੈ। ਸੋ ਇਹ ਸਲੂਣੀ ਕੀੜੀ ਵੱਲੋਂ ਦਿੱਤਾ ਗਿਆ ਜਵਾਬ ਹੈ। ਅਗਲਾ ਪ੍ਰਸ਼ਨ, 2 ਕੀੜੀਆਂ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਸੋ ਇਸ ਪ੍ਰਸ਼ਨ ਦਾ ਉੱਤਰ ਬਹੁਤ ਸੋਚ ਕੇ ਤੁਸੀਂ ਲਿਖੋ ਕਿ ਇਸ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲੀ, ਤੁਹਾਨੂੰ ਕੀ ਸਮਝ ਆਇਆ। ਤੁਹਾਡਾ ਉੱਤਰ ਕੁਝ ਇਸ ਤਰ੍ਹਾਂ ਦਾ ਹੋ ਸਕਦਾ ਹੈ, 2 ਕੀੜੀਆਂ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਜੇ ਔਗੁਣ ਦੂਰ ਹੋਣਗੇ ਤਾਂ ਹੀ ਉਹਨਾਂ ਦੀ ਥਾਵੇਂ ਗੁਣ ਗ੍ਰਹਿਣ ਕੀਤੇ ਜਾ ਸਕਣਗੇ। ਸੋ ਜੇ ਸਾਡੇ ਔਗੁਣ ਦੂਰ ਹੋਣਗੇ ਤਾਂ ਹੀ ਅਸੀਂ ਗੁਣਾਂ ਨੂੰ ਗ੍ਰਹਿਣ ਕਰ ਸਕਦੇ ਹਾਂ। ਇਹ ਸਾਨੂੰ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ। ਹੁਣ ਅਗਲੇ ਭਾਗ ਵੱਲ ਵੱਧਦੇ ਹਾਂ। ਅਗਲਾ ਭਾਗ ਹੈ, ਹੇਠ ਲਿਖੇ ਪੰਜਾਬੀ ਸ਼ਬਦਾਂ ਦੇ ਸਮਾਨਾਰਥੀ ਹਿੰਦੀ ਵਿੱਚ ਲਿਖੋ ਅਤੇ ਅੰਤਰ ਸਮਝੋ। ਸੋ ਸਾਡੇ ਕੋਲ 6 ਸ਼ਬਦ ਹਨ। ਇਸ ਸਲਾਈਡ ਤੇ ਅਸੀਂ ਪਹਿਲਾਂ 3 ਦੀ ਗੱਲ ਕਰਦੇ ਹਾਂ, ਫਿਰ 3 ਦੀ ਅਗਲੀ ਸਲਾਈਡ ਤੇ ਗੱਲ ਕਰਾਂਗੇ। 3 ਸ਼ਬਦ ਹਨ, ਕੀੜੀਆਂ, ਕਹਾਣੀ, ਪਹਾੜ। ਸੋ ਤੁਸੀਂ ਸੋਚੋ ਕਿ ਇਹਨਾਂ ਨੂੰ ਹਿੰਦੀ ਦੇ ਵਿੱਚ ਕੀ ਆਖਦੇ ਹਨ। ਆਪਣੀ ਕਾਪੀਆਂ ਦੇ ਵਿੱਚ ਲਿਖੋ। ਹੁਣ ਵੇਖਦੇ ਹਾਂ ਕਿ ਸਹੀ ਉੱਤਰ ਕੀ ਹੈ। ਕੀੜੀਆਂ ਹਿੰਦੀ 'ਚ ਹੁੰਦਾ ਚੀਂਟੀਆਂ, ਕਹਾਣੀ ਦਾ ਹੁੰਦਾ ਕਹਾਣੀ, ਪਹਾੜ ਦਾ ਪਹਾੜ। ਸੋ ਦੁਬਾਰਾ ਸਮਝ ਲਓ ਇੱਕ ਵਾਰ ਕਿ ਕੀੜੀਆਂ ਨੂੰ ਹਿੰਦੀ 'ਚ ਆਖਦੇ ਹਾਂ ਚੀਂਟੀਆਂ, ਕਹਾਣੀ ਨੂੰ ਕਹਾਣੀ, ਪਹਾੜ ਨੂੰ ਪਹਾੜ। ਸੋ ਇਹ ਇਹਨਾਂ ਸ਼ਬਦਾਂ ਦੇ ਹਿੰਦੀ ਰੂਪ ਹਨ, ਸਮਾਨਾਰਥੀ ਹਿੰਦੀ ਰੂਪ। 3 ਸ਼ਬਦ ਸਾਡੇ ਕੋਲ ਹੋਰ ਹਨ, ਮਿਸ਼ਰੀ, ਸੇਵਾ ਮੁਕਤ ਅਤੇ ਲੂਣ। ਸੋ ਇਹਨਾਂ ਦੇ ਵੀ ਤੁਸੀਂ ਹਿੰਦੀ ਰੂਪ ਜੋ ਹਨ, ਸਮਾਨਾਰਥੀ ਹਿੰਦੀ ਰੂਪ, ਉਹ ਸੋਚੋ, ਉਹਨਾਂ ਨੂੰ ਲਿਖੋ। ਹੁਣ ਵੀਡੀਓ ਦੇ ਨਾਲ ਮਿਲਾਓ ਉੱਤਰ ਆਪਣੇ।
ਮਿਸ਼ਰੀ ਨੂੰ ਹਿੰਦੀ ਦੇ ਵਿੱਚ ਵੀ ਮਿਸ਼ਰੀ, ਸੇਵਾ ਮੁਕਤ ਨੂੰ ਹਿੰਦੀ 'ਚ ਆਖਦੇ ਹਨ ਸੇਵਾ ਨਿਵ੍ਰਿਤ ਅਤੇ ਲੂਣ ਨੂੰ ਆਖਦੇ ਹਨ ਨਮਕ। ਸੋ ਇਹਨਾਂ 3 ਸ਼ਬਦਾਂ ਲਈ ਹਿੰਦੀ ਦੇ ਇਹ 3 ਸ਼ਬਦ ਹਨ, ਭਾਵ ਮਿਸ਼ਰੀ ਮਿਸ਼ਰੀ, ਸੇਵਾ ਮੁਕਤ ਸੇਵਾ ਨਿਵ੍ਰਿਤ, ਲੂਣ ਦਾ ਨਮਕ। ਸੋ ਇਹ ਹੈ ਪਾਠ ਅਭਿਆਸ। ਸੋ ਤੁਸੀਂ ਇਸ ਵੀਡੀਓ 'ਚ ਪਹਿਲਾਂ ਪਾਠ ਨੂੰ ਚੰਗੀ ਤਰ੍ਹਾਂ ਸਮਝਿਆ ਕਿ ਇਸ ਪਾਠ ਦੇ ਵਿੱਚ ਕੀ ਗੱਲ ਕੀਤੀ ਗਈ ਹੈ, ਕੀ ਸੰਦੇਸ਼ ਦਿੱਤਾ ਗਿਆ ਹੈ। ਫਿਰ ਅਸੀਂ ਇਸ ਦੇ ਪਾਠ ਅਭਿਆਸ ਨੂੰ ਹੱਲ ਕੀਤਾ। ਸੋ ਤੁਸੀਂ ਪਾਠ ਅਭਿਆਸ ਨੂੰ ਆਪਣੀ ਕਾਪੀਆਂ ਦੇ ਵਿੱਚ ਲਿਖੋ ਅਤੇ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਲੱਭੋ ਅਤੇ ਪੜ੍ਹੋ। ਬਹੁਤ ਬਹੁਤ ਧੰਨਵਾਦ।